ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਹੈ। ਜਸਟਿਨ ਟਰੂਡੋ ਨੇ ਜ਼ੈਲੈਂਸਕੀ ਦੇ ਨਾਲ ਫੋਨ ਤੇ ਗੱਲ ਕੀਤੀ ਹੈ। ਨਿਊਕਲੀਅਰ ਪਲਾਂਟ ਤੇ ਹਮਲਾ ਬਰਦਾਸ਼ਤ ਨਹੀਂ ਹੈ। ਜਸਟਿਨ ਟਰੂਡੋ ਦਾ ਵੱਡਾ ਬਿਆਨ ਕਿ ਨਿਊਕਲੀਅਰ ਪਲਾਂਟ ਤੇ ਜਿਹੜਾ ਹਮਲਾ ਕੀਤਾ ਗਿਆ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਵੱਡਾ ਬਿਆਨ, ਜਿਨ੍ਹਾਂ ਨੇ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਤੇ ਤਾਜ਼ਾ ਸਥਿਤੀ ਬਾਰੇ ਉਹਨਾਂ ਦੇ ਵੱਲੋਂ ਜਾਣਕਾਰੀ ਲਈ ਗਈ ਹੈ। ਨਾਲ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਨਿਊਕਲੀਅਰ ਪਲਾਂਟ ਤੇ ਜਿਹੜਾ ਹਮਲਾ ਕੀਤਾ ਗਿਆ ਰੂਸੀ ਫੌਜ ਦੇ ਵੱਲੋਂ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੂਸ ਦੇ ਹਮਲੇ ਬੰਦ ਹੋਣੇ ਚਾਹੀਦੇ ਨੇ। ਜਸਟਿਨ ਟਰੂਡੋ ਨੇ ਵੀ ਕਿਹਾ ਕਿ ਰੂਸ ਦੇ ਵੱਲੋਂ ਜਿਹੜੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ, ਪਲਾਂਟਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ, ਵੱਡੀਆਂ ਇਮਾਰਤਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ, ਹਮਲੇ ਤੁਰੰਤ ਬੰਦ ਹੋਣੇ ਚਾਹੀਦੇ। ਉਹਨਾਂ ਦਾ ਕਹਿਣਾ ਹੈ ਕਿ ਨਿਊਕਲੀਅਰ ਪਲਾਂਟ ਤੇ ਹਮਲਾ ਬਰਦਾਸ਼ਤ ਨਹੀਂ ਹੈ। ਜਸਟਿਨ ਟਰੂਡੋ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ, ਜਿੱਥੇ ਕਿ ਤਾਜ਼ਾ ਸਥਿਤੀ ਬਾਰੇ ਉਹਨਾਂ ਵੱਲੋਂ ਜਾਣਕਾਰੀ ਲਈ ਗਈ ਹੈ। ਉੱਥੇ ਇਹ ਕਿਹਾ ਹੈ ਕਿ ਅਜਿਹਾ ਹਮਲਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੂਸ ਦੇ ਹਮਲੇ ਬੰਦ ਹੋਣੇ ਚਾਹੀਦੇ ਨੇ। ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ, ਰਾਸ਼ਟਰਪਤੀਆਂ ਦੇ ਵੱਲੋਂ ਜ਼ੈਲੈਂਸਕੀ ਨਾਲ ਫੋਨ ਤੇ ਗੱਲਬਾਤ ਕਰਕੇ ਪੂਰੇ ਹਾਲਾਤਾਂ ਦੀ ਜਾਣਕਾਰੀ ਲਈ ਜਾ ਰਹੀ ਹੈ ਕਿ ਤਾਜ਼ਾ ਸਥਿਤੀ ਕਿਸ ਤਰ੍ਹਾਂ ਦੀ ਹੈ ਪੂਰੇ ਪਲਾਂਟ ਦੀ, ਜਾਂ ਵੱਖ-ਵੱਖ ਜਗ੍ਹਾਵਾਂ ਤੇ ਜਿੱਥੇ ਕਿ ਰੂਸੀ ਫੌਜ ਦੇ ਵੱਲੋਂ ਕਬਜ਼ਾ ਕੀਤਾ ਗਿਆ, ਜਿਹੜਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਗਿਆ, ਉਸ ਦੀ ਜਾਣਕਾਰੀ ਲਈ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ੈਲੈਂਸਕੀ ਨੂੰ ਫੋਨ ਲਗਾਇਆ, ਫੋਨ ਤੇ ਗੱਲਬਾਤ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਨਿਊਕਲੀਅਰ ਪਲਾਂਟ ਤੇ ਹਮਲਾ ਕੀਤਾ ਗਿਆ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੂਸ ਦੇ ਹਮਲੇ ਬੰਦ ਹੋਣੇ ਚਾਹੀਦੇ ਨੇ। ਸਿੱਧੇ ਤੌਰ ਤੇ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਨੇ। ਹੁਣ ਤੁਹਾਨੂੰ ਵਿਸਤਾਰ ਦੇ ਨਾਲ ਦੱਸਦੇ ਹਾਂ, ਜਿਹੜਾ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਊਰਜਾ ਕੇਂਦਰ, ਜਿਹੜਾ ਪਰਮਾਣੂ ਦਾ ਜਿਹੜਾ ਪਲਾਂਟ ਹੈ, ਉਸ ਨੂੰ ਲੈ ਕੇ ਦੀ ਖਾਸੀਅਤ ਕੀ ਹੈ ਤੇ ਕਿਵੇਂ ਵੱਡਾ ਖਤਰਾ ਹੋ ਸਕਦਾ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਹੈ। ਨਿੱਪਰ ਨਦੀ ਦੇ ਕੋਲ ਇਹ ਪਰਮਾਣੂ ਪਲਾਂਟ ਬਣਿਆ ਹੋਇਆ ਹੈ। ਨਿੱਪਰ ਨਦੀ ਹੈ, ਉਸ ਦੇ ਕੋਲੇ ਸਥਿਤ ਹੈ। ਪਲਾਂਟ ਦੇ ਵਿੱਚ 6 ਨਿਊਕਲੀਅਰ ਰਿਐਕਟਰ ਨੇ। 6 ਨਿਊਕਲੀਅਰ ਰਿਐਕਟਰ ਨੇ। ਇਹ ਵੀ ਸਭ ਤੋਂ ਵੱਡੀ ਖਾਸੀਅਤ, ਦੁਨੀਆ ਦੇ 9ਵਾਂ ਸਭ ਤੋਂ ਵੱਡਾ ਰਿਐਕਟਰ ਜਿਹੜਾ ਕਿ ਇਸ ਦੇ ਵਿੱਚ 6 ਅਲੱਗ-ਅਲੱਗ ਰਿਐਕਟਰ ਨੇ ਤੇ ਦੁਨੀਆ ਤੇ 9ਵਾਂ ਸਭ ਤੋਂ ਵੱਡਾ ਰਿਐਕਟਰ ਹੈ। ਪੂਰੇ ਯੂਕਰੇਨ ਦੇ ਵਿੱਚ ਬਿਜਲੀ ਸੰਕਟ ਖੜਾ ਹੋ ਸਕਦਾ ਹੈ। ਇਹ ਵੀ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਕਿ ਜੇਕਰ ਇਸ ਪਲਾਂਟ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਤਾਂ ਪੂਰੇ ਯੂਕਰੇਨ ਦੇ ਵਿੱਚ ਬਿਜਲੀ ਦੀ ਸਪਲਾਈ ਠੱਪ ਹੋ ਸਕਦੀ ਹੈ। ਇਸ ਤੋਂ ਪਹਿਲਾਂ ਚੇਰਨੋਬਿਲ ਦਾ ਜਿਹੜਾ ਪਲਾਂਟ ਸੀਗਾ ਉਸ ਨੂੰ ਟਾਰਗੇਟ ਕੀਤਾ ਗਿਆ, ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਸ ਤੋਂ ਬਾਅਦ ਚ ਯੂਰਪ ਦਾ ਸਭ ਤੋਂ ਵੱਡਾ ਜਿਹੜਾ ਨਿਊਕਲੀਅਰ ਪਲਾਂਟ ਹੈ ਉਸ ਨੂੰ ਟਾਰਗੇਟ ਕੀਤਾ ਗਿਆ ਰੂਸੀ ਫੌਜ ਦੇ ਵੱਲੋਂ। ਤੇ ਜੇਕਰ ਹੋਰ ਜ਼ਿਆਦਾ ਹਾਲਾਤ ਖਰਾਬ ਹੁੰਦੇ ਨੇ ਤਾਂ ਚੇਰਨੋਬਿਲ ਦੇ ਪਲਾਂਟ ਦੇ ਨਾਲੋਂ 10 ਗੁਣਾ ਜ਼ਿਆਦਾ ਨੁਕਸਾਨ ਹੋਵੇਗਾ, 10 ਗੁਣਾ ਜ਼ਿਆਦਾ ਵੱਡਾ ਧਮਾਕਾ ਹੋ ਸਕਦਾ ਹੈ, ਕਿਉਂਕਿ ਯੂਰਪ ਦਾ ਸਭ ਤੋਂ ਵੱਡਾ ਇਹ ਨਿਊਕਲੀਅਰ ਪਲਾਂਟ ਹੈ ਜਿਸ ਨੂੰ ਕਿ ਰੂਸੀ ਫੌਜ ਦੇ ਵੱਲੋਂ ਟਾਰਗੇਟ ਕੀਤਾ ਗਿਆ, ਨਿਸ਼ਾਨਾ ਬਣਾਇਆ ਗਿਆ। ਇਸੇ ਕਰਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਹੜਕੰਪ ਮਚਿਆ ਹੋਇਆ ਹੈ। ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ, ਰਾਸ਼ਟਰਪਤੀਆਂ ਵੱਲੋਂ ਜ਼ੈਲੈਂਸਕੀ ਨਾਲ ਫੋਨ ਤੇ ਗੱਲਬਾਤ ਕਰਕੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲਈ ਜਾ ਰਹੀ ਹੈ ਕਿ ਆਖਿਰਕਾਰ ਪਲਾਂਟ ਦੇ ਫਿਲਹਾਲ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਉਂਕਿ ਮਿਜ਼ਾਈਲਾਂ ਦਾਗੀਆਂ ਗਈਆਂ ਨੇ, ਗੋਲੇ ਦਾਗੇ ਗਏ ਨੇ, ਅੱਗ ਦੀਆਂ ਲਪਟਾਂ ਨਿਕਲੀਆਂ ਨੇ, ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ ਇਸ ਪਲਾਂਟ ਦਾ। ਤੇ ਜੇਕਰ ਇਸ ਪਲਾਂਟ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਤੇ ਪੂਰੇ ਯੂਕਰੇਨ ਦੀ ਬਿਜਲੀ ਸਪਲਾਈ ਠੱਪ ਹੋ ਸਕਦੀ ਹੈ। ਉੱਥੇ ਪਲਾਂਟ ਦੇ ਨਾਲ ਰਿਹਾਇਸ਼ੀ ਖੇਤਰਾਂ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਰੂਸ ਦੀ ਫੌਜ ਦੇ ਵੱਲੋਂ। ਰੂਸ ਦੇ ਵੱਲੋਂ ਹਮਲਾ ਕੀਤਾ ਗਿਆ ਰਿਹਾਇਸ਼ੀ ਖੇਤਰਾਂ ਤੇ, ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰੂਸ ਦੀ 에ਅਰ ਸਟ੍ਰਾਈਕ, ਚੇਰਨੋਹੀਵ ਦੇ ਰਿਹਾਇਸ਼ੀ ਖੇਤਰਾਂ ਤੇ ਭਾਰੀ ਬੰਬਾਰੀ ਹੋਈ ਹੈ। ਰਿਹਾਇਸ਼ੀ ਇਲਾਕੇ ਨੇ ਜਿਹੜੇ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਦੇ, ਉਹਨਾਂ ਤੇ ਵੱਡਾ ਹਮਲਾ ਬੋਲਿਆ ਜਾ ਰਿਹਾ ਰੂਸ ਦੀ ਫੌਜ ਦੇ ਵੱਲੋਂ। ਚੇਰਨੀਹੀਵ ਦੇ ਰਿਹਾਇਸ਼ੀ ਖੇਤਰਾਂ ਤੇ ਭਾਰੀ ਬੰਬਾਰੀ ਹੋਈ ਹੈ, ਗੋਲਾਬਾਰੀ ਹੋਈ ਹੈ। ਰੂਸ ਦੇ ਹਮਲੇ ਦੇ ਵਿੱਚ 40 ਨਾਗਰਿਕਾਂ ਦੀ ਮੌਤ ਵੀ ਹੋਈ ਹੈ। 40 ਆਮ ਨਾਗਰਿਕ ਮਾਰੇ ਗਏ ਨੇ ਇਸ ਹਮਲੇ ਦੇ ਵਿੱਚ। ਰਿਹਾਇਸ਼ੀ ਇਲਾਕਿਆਂ ਨੂੰ, ਰਿਹਾਇਸ਼ੀ ਖੇਤਰਾਂ ਨੂੰ ਵੀ ਰੂਸ ਦੀ ਫੌਜ ਦੇ ਵੱਲੋਂ ਕਿਵੇਂ ਟਾਰਗੇਟ ਕੀਤਾ ਜਾ ਰਿਹਾ, ਕਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਤਸਵੀਰਾਂ ਚੇਰਨੀਹੀਵ ਦੀਆਂ ਨੇ, ਯੂਕਰੇਨ ਦੀਆਂ ਨੇ। ਤਬਾਹੀ ਦਾ ਮੰਜ਼ਰ, ਹਰ ਪਾਸੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ, ਬਿਲਕੁਲ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਤੇ ਕਿਵੇਂ ਵੱਡੀਆਂ-ਵੱਡੀਆਂ ਇਮਾਰਤਾਂ, ਵੱਡੀਆਂ-ਵੱਡੀਆਂ ਬਿਲਡਿੰਗ ਕਿਵੇਂ ਮਲਬੇ ਦੇ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ। ਹਰ ਪਾਸੇ ਹੜਕੰਪ ਨਜ਼ਰ ਆ ਰਿਹਾ ਹੈ, ਭਗਦੜ ਦਾ ਮਾਹੌਲ ਹੈ ਤੇ ਕਿਵੇਂ ਧੂਆਂ ਹੀ ਧੂਆਂ ਹਰ ਪਾਸੇ ਨਜ਼ਰ ਆ ਰਿਹਾ ਹੈ। ਚੇਰਨੀਹੀਵ ਰਿਹਾਇਸ਼ੀ ਇਲਾਕੇ ਨੂੰ ਟਾਰਗੇਟ ਕੀਤਾ ਗਿਆ ਰੂਸੀ ਫੌਜ ਦੇ ਵੱਲੋਂ ਤੇ ਰੂਸ ਦੇ ਹਮਲੇ ਦੇ ਵਿੱਚ 40 ਨਾਗਰਿਕਾਂ ਦੀ ਮੌਤ ਹੋਈ ਹੈ। 40 ਆਮ ਨਾਗਰਿਕ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ। ਹਮਲੇ ਦੇ ਵਿੱਚ 18 ਯੂਕਰੇਨੀ ਲੋਕ ਜ਼ਖਮੀ ਵੀ ਹੋਏ ਨੇ। ਸੋ ਰਿਹਾਇਸ਼ੀ ਇਲਾਕੇ ਨੂੰ ਹੁਣ ਟਾਰਗੇਟ ਕੀਤਾ ਜਾ ਰਿਹਾ ਹੈ ਰੂਸ ਦੀ ਫੌਜ ਦੇ ਵੱਲੋਂ। ਕਿਵੇਂ ਵੱਡੀਆਂ ਇਮਾਰਤਾਂ ਨੂੰ ਟਾਰਗੇਟ ਕੀਤਾ ਗਿਆ, ਘਰਾਂ ਨੂੰ ਟਾਰਗੇਟ ਕੀਤਾ ਗਿਆ ਤੇ ਕਿਵੇਂ ਪੂਰੀਆਂ ਜਿਹੜੀਆਂ ਇਮਾਰਤਾਂ ਮਲਬੇ ਦੇ ਰੂਪ ਦੇ ਵਿੱਚ ਬਦਲ ਚੁੱਕੀਆਂ ਨੇ। ਹਰ ਪਾਸੇ ਤਬਾਹੀ ਹੈ, ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਅੱਗ ਦੀਆਂ ਲਪਟਾਂ ਨੇ, ਦੂਰ ਤੱਕ ਧੂਆਂ ਹੀ ਧੂਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਰਾਹਤ ਤੇ ਬਚਾਅ ਕਾਰਜ ਵੀ ਲਗਾਤਾਰ ਜਾਰੀ ਹੈ, ਪਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕਿ ਇਸ ਵੱਡੇ ਹਮਲੇ ਦੇ ਵਿੱਚ 40 ਨਾਗਰਿਕਾਂ ਦੀ, ਯੂਕਰੇਨ ਦੇ 40 ਨਾਗਰਿਕਾਂ ਦੀ ਮੌਤ ਹੋਈ ਹੈ ਤੇ ਹਮਲੇ 'ਚ 18 ਯੂਕਰੇਨੀ ਲੋਕ ਜ਼ਖਮੀ ਵੀ ਹੋਏ ਨੇ। ਇਹ ਇਲਾਕਾ ਹੈ ਯੂਕਰੇਨ ਦਾ ਚੇਰਨੀਹੀਵ, ਜਿੱਥੇ ਕਿ ਰਿਹਾਇਸ਼ੀ ਇਲਾਕੇ ਨੂੰ ਟਾਰਗੇਟ ਕੀਤਾ ਗਿਆ ਰੂਸੀ ਫੌਜ ਦੇ ਵੱਲੋਂ। ਗੋਲੇ ਦਾਗੇ ਗਏ, ਮਿਜ਼ਾਈਲਾਂ ਦਾਗੀਆਂ ਗਈਆਂ ਤੇ ਵੱਡੇ ਪੱਧਰ ਤੇ ਇਸ ਰਿਹਾਇਸ਼ੀ ਇਲਾਕੇ ਦਾ ਜਿੱਥੇ ਨੁਕਸਾਨ ਹੋਇਆ ਹੈ ਉੱਥੇ ਹੁਣ ਤੱਕ ਦੀ ਜਾਣਕਾਰੀ ਹੈ ਕਿ ਰੂਸ ਦੇ ਹਮਲੇ ਦੇ ਵਿੱਚ 40 ਨਾਗਰਿਕਾਂ ਦੀ, 40 ਲੋਕਾਂ ਦੀ ਮੌਤ ਹੋਈ ਹੈ। ਹਮਲੇ ਦੇ ਵਿੱਚ 18 ਯੂਕਰੇਨੀ ਲੋਕ ਜ਼ਖਮੀ ਹੋਏ ਨੇ।
ਸੋ ਚੇਰਨੀਹਿਵ ਦੀਆਂ ਇਹ ਤਸਵੀਰਾਂ ਨੇ, ਯੂਕਰੇਨ ਦਾ ਚੇਰਨੀਹਿਵ, ਜਿੱਥੇ ਕਿ ਹਰ ਪਾਸੇ ਤਬਾਹੀ ਦਾ ਮੰਜ਼ਰ ਸਾਫ਼ ਤੌਰ ਤੇ ਇਹਨਾਂ ਕੈਮਰੇ ਦੇ ਵਿੱਚ, ਇਹਨਾਂ ਤਸਵੀਰਾਂ ਦੇ ਵਿੱਚ ਕੈਦ ਹੋਇਆ। ਵੱਡੀਆਂ ਵੱਡੀਆਂ ਇਮਾਰਤਾਂ ਨੂੰ ਮਲਬੇ ਦੇ ਵਿੱਚ ਤਬਦੀਲ ਕਰ ਦਿੱਤਾ। 40 ਆਮ ਲੋਕਾਂ ਦੀ, ਆਮ ਨਾਗਰਿਕਾਂ ਦੀ ਮੌਤ ਹੋਈ ਹੈ ਤੇ 18 ਲੋਕ ਜ਼ਖਮੀ ਦੱਸੇ ਜਾ ਰਹੇ ਨੇ। Аптека, блядь. ਸੋ ਰਿਹਾਇਸ਼ੀ ਇਲਾਕੇ ਤੇ ਰੂਸ ਦੀ 에ਅਰ ਸਟ੍ਰਾਈਕ ਕੀਤੀ ਗਈ ਹੈ। ਰਿਹਾਇਸ਼ੀ ਇਲਾਕੇ ਤੇ ਰੂਸ ਦੀ ਫੌਜ ਦੇ ਵੱਲੋਂ, ਰੂਸੀ ਸੈਨਿਕਾਂ ਦੇ ਵੱਲੋਂ ਵੱਖ-ਵੱਖ ਜਗ੍ਹਾਵਾਂ ਦੀ ਗੱਲ ਕੀਤੀ ਜਾਵੇ, ਚਾਹੇ ਉਹ ਕੀਵ ਹੈ, ਚਾਹੇ ਖਾਰਕੀਵ ਹੈ, ਚਾਹੇ ਚੇਰਨੀਹਿਵ ਹੈ, ਹੁਣ ਤੱਕ ਬਹੁਤ ਸਾਰੀਆਂ ਜਗ੍ਹਾਵਾਂ ਤੇ ਰੂਸੀ ਫੌਜ ਦੇ ਵੱਲੋਂ ਕਬਜ਼ਾ ਕੀਤਾ ਜਾ ਚੁੱਕਾ ਹੈ। ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਚੁੱਕਾ, ਜਿੱਥੇ ਕਿ ਯੂਕਰੇਨ ਦੇ ਸੈਨਿਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ, ਉੱਥੇ ਉਹ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਆਮ ਲੋਕ ਯੂਕਰੇਨ ਦੇ ਜਿਹੜੇ ਨੇ, ਆਮ ਨਾਗਰਿਕ ਆ, ਉਹ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਜਾ ਰਹੇ ਨੇ। ਹਾਲਾਂਕਿ ਯੂਕਰੇਨ ਦੀ ਫੌਜ ਦੇ ਵੱਲੋਂ ਕਿ ਪੂਰਾ ਸਾਹਮਣਾ ਵੀ ਕੀਤਾ ਜਾ ਰਿਹਾ ਰੂਸ ਦੀ ਫੌਜ ਦਾ, ਪਰ ਜੇਕਰ ਡਿਫੈਂਸ ਦੇ ਹਿਸਾਬ ਦੇ ਨਾਲ ਗੱਲ ਕੀਤੀ ਜਾਵੇ ਤਾਂ ਡਿਫੈਂਸ ਦੇ ਤੌਰ ਤੇ ਜ਼ਿਆਦਾ ਤਾਕਤਵਰ ਹੋਣ ਕਰਕੇ ਰੂਸ ਦੀ ਫੌਜ ਲਗਾਤਾਰ ਵੱਖ-ਵੱਖ ਜਗ੍ਹਾਵਾਂ ਤੇ ਹਮਲਾ ਬੋਲ ਰਹੀ ਹੈ, ਲਗਾਤਾਰ ਅੱਗੇ ਵਧ ਰਹੀ ਹੈ। ਖਾਸ ਤੌਰ ਤੇ ਵੱਡੀਆਂ ਇਮਾਰਤਾਂ ਨੂੰ, ਸਰਕਾਰੀ ਇਮਾਰਤਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜਿਹੜੇ ਉੱਥੇ ਦੇ ਪਲਾਂਟ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਰਿਹਾਇਸ਼ੀ ਇਲਾਕਿਆਂ ਤੇ ਵੀ ਹਮਲਾ ਬੋਲਿਆ ਜਾ ਰਿਹਾ। ਰਿਹਾਇਸ਼ੀ ਇਲਾਕੇ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ, ਤਬਾਹੀ ਦਾ ਮੰਜ਼ਰ ਕਿਸ ਤਰ੍ਹਾਂ ਦਾ ਇਸ ਹਮਲੇ ਤੋਂ ਬਾਅਦ ਚ ਤਸਵੀਰਾਂ ਆਪਣੇ ਆਪ ਦੇ ਵਿੱਚ ਗਵਾਹੀ ਭਰੀਆਂ ਨੇ। ਮਲਬਾ ਹੀ ਮਲਬਾ ਨਜ਼ਰ ਆ ਰਿਹਾ ਹੈ, ਇਮਾਰਤਾਂ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ, ਉੱਥੇ ਹੀ ਵੱਖ-ਵੱਖ ਟੀਮਾਂ ਜੁਟੀਆਂ ਹੋਈਆਂ ਨੇ, ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਰਾਹਤ ਤੇ ਬਚਾਅ ਕਾਰਜ ਵੀ ਜਾਰੀ ਹੈ। ਸੋ ਮਹਾਯੁੱਧ ਦਾ ਅੱਜ 9ਵਾਂ ਦਿਨ ਹੈ ਤੇ 9ਵੇਂ ਦਿਨ ਲਗਾਤਾਰ ਰੂਸ ਦੇ ਯੂਕਰੇਨ ਤੇ ਹਮਲੇ ਲਗਾਤਾਰ ਜਾਰੀ ਨੇ, ਜਿੱਥੇ ਕਿ ਵੱਡੀਆਂ ਜਗ੍ਹਾਵਾਂ ਨੂੰ, ਵੱਡੀਆਂ ਇਮਾਰਤਾਂ ਨੂੰ, ਪਲਾਂਟਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਉੱਥੇ ਰਿਹਾਇਸ਼ੀ ਇਲਾਕਿਆਂ ਤੇ ਵੀ ਹਮਲਾ ਬੋਲਿਆ ਜਾ ਰਿਹਾ। ਦੋ ਦੌਰ ਦੀ ਹਾਲਾਂਕਿ ਦੋਵੇਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਵੀ ਹੋ ਚੁੱਕੀ ਹੈ, ਮੁਲਾਕਾਤ ਹੋ ਚੁੱਕੀ ਹੈ, ਪਰ ਅਜੇ ਤੱਕ ਇਹ ਗੱਲਬਾਤ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੀ। ਅਜੇ ਤੱਕ ਇਸ ਮੁਲਾਕਾਤ ਦਾ ਕੋਈ ਵੀ ਨਿਚੋੜ ਨਹੀਂ ਨਿਕਲ ਸਕਿਆ ਤੇ ਮਹਾਯੁੱਧ 9ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਹਾਲਾਂਕਿ ਦੂਜੇ ਦੇਸ਼ਾਂ ਦੇ ਲਗਾਤਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੂਟਨੀਤਿਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸ ਤਰ੍ਹਾਂ ਇਸ ਮਹਾਯੁੱਧ ਨੂੰ ਰੋਕਿਆ ਜਾਵੇ, ਪਰ 9ਵੇਂ ਦਿਨ ਲਗਾਤਾਰ ਮਹਾਯੁੱਧ ਦੇ ਸਭ ਤੋਂ ਵੱਡੀ ਜੰਗ ਜਾਰੀ ਹੈ ਤੇ ਵੱਡੇ ਪੱਧਰ ਤੇ ਰੂਸ ਦੀ ਫੌਜ ਦੇ ਵੱਲੋਂ ਯੂਕਰੇਨ ਦੇ ਸੈਨਿਕਾਂ ਦਾ, ਆਮ ਨਾਗਰਿਕਾਂ ਦਾ, ਰਿਹਾਇਸ਼ੀ ਇਲਾਕਿਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਸੋ ਯੂਕਰੇਨ ਦੇ ਚੇਰਨੀਹਿਵ ਦੀਆਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ, ਕਿਵੇਂ ਵੱਡੇ ਪੱਧਰ ਤੇ ਨੁਕਸਾਨ ਕੀਤਾ ਗਿਆ ਰੂਸ ਦੀ ਫੌਜ ਦੇ ਵੱਲੋਂ, ਚਾਹੇ ਰਿਹਾਇਸ਼ੀ ਇਲਾਕਿਆਂ ਦੀ ਗੱਲ ਹੋਵੇ, ਚਾਹੇ ਵੱਡੀਆਂ ਇਮਾਰਤਾਂ ਦੀ ਗੱਲ ਹੋਵੇ, ਹਰ ਪਾਸੇ ਤਬਾਹੀ ਨਾਲ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀ ਹੈ। ਉੱਥੇ ਅਮਰੀਕਾ ਦੇ ਵੱਲੋਂ ਰੂਸ ਨੂੰ ਪ੍ਰਸਤਾਵ ਦਿੱਤਾ ਗਿਆ ਹੈ, ਯੂਕਰੇਨ ਤੇ ਹਮਲੇ ਰੋਕੇ ਪੁਤਿਨ। ਅਮਰੀਕਾ ਦਾ ਕਹਿਣਾ ਹੈ ਹਮਲੇ ਰੋਕਣ ਤੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਅਮਰੀਕਾ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਅਮਰੀਕਾ ਦੇ ਵੱਲੋਂ ਰੂਸ ਨੂੰ ਪ੍ਰਸਤਾਵ ਦਿੱਤਾ ਗਿਆ, ਕਿਉਂਕਿ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਜਿਵੇਂ ਕਿ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸੰਬੋਧਨ ਕੀਤਾ ਗਿਆ ਸੀਗਾ ਤੇ ਇਸ ਦੌਰਾਨ ਉਹਨਾਂ ਨੇ ਕਈ ਵੱਡੀਆਂ ਪਾਬੰਦੀਆਂ ਲਗਾਈਆਂ ਸਨ। ਰੂਸ ਤੇ ਅਮਰੀਕਾ ਦੇ ਵਿੱਚ 에ਅਰ ਸਪੇਸ ਤੱਕ ਤੇ ਰੋਕ ਲਗਾ ਦਿੱਤੀ ਸੀ, ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਸੀਗਾ ਤੇ ਹੁਣ ਅਮਰੀਕਾ ਦੇ ਵੱਲੋਂ ਰੂਸ ਨੂੰ ਪ੍ਰਸਤਾਵ ਦਿੱਤਾ ਗਿਆ ਹੈ ਕਿ ਯੂਕਰੇਨ ਤੇ ਹਮਲੇ ਰੋਕੇ ਜਾਣ ਤੇ ਹਮਲੇ ਰੋਕਣ ਤੋਂ ਬਾਅਦ ਜਿਹੜੀਆਂ ਵੀ ਪਾਬੰਦੀਆਂ ਅਮਰੀਕਾ ਦੇ ਵੱਲੋਂ ਰੂਸ ਤੇ ਲਗਾਈਆਂ ਗਈਆਂ ਨੇ ਉਹ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਸੋ ਵੱਡਾ ਪ੍ਰਸਤਾਵ ਅਮਰੀਕਾ ਦਾ ਰੂਸ ਨੂੰ, ਕਿਉਂਕਿ ਰੂਸ ਦੇ ਵੱਲੋਂ ਲਗਾਤਾਰ ਹਮਲੇ ਜਾਰੀ ਨੇ, 9ਵੇਂ ਦਿਨ ਵੀ ਮਹਾਯੁੱਧ ਲਗਾਤਾਰ ਜਾਰੀ ਹੈ। ਵੱਖ-ਵੱਖ ਜਗ੍ਹਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਵੇਂ ਕਿ ਪਲਾਂਟ ਤੇ ਹਮਲਾ ਬੋਲਿਆ ਗਿਆ, ਪਲਾਂਟ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਅਮਰੀਕਾ ਦੇ ਵੱਲੋਂ ਰੂਸ ਨੂੰ ਪ੍ਰਸਤਾਵ ਦਿੱਤਾ ਗਿਆ ਹੈ ਕਿ ਯੂਕਰੇਨ ਤੇ ਹਮਲੇ ਰੋਕੇ ਜਾਣ ਤੇ ਹਮਲੇ ਰੋਕਣ ਤੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਅਮਰੀਕਾ ਦਾ ਵੱਡਾ ਪ੍ਰਸਤਾਵ ਰੂਸ ਨੂੰ, ਪਰ ਰੂਸ ਰੁਕਣ ਦਾ ਨਾਮ ਨਹੀਂ ਲੈ ਰਿਹਾ, ਰੂਸ ਦੀ ਫੌਜ ਰੁਕਣ ਦਾ ਨਾਮ ਨਹੀਂ ਲੈ ਰਹੀ। ਰੂਸ ਦੀ ਫੌਜ ਲਗਾਤਾਰ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ। ਵੱਖ-ਵੱਖ ਜਗ੍ਹਾਵਾਂ ਤੇ ਹਮਲੇ ਬੋਲੇ ਜਾ ਰਹੇ ਨੇ, ਜਿੱਥੇ ਕਿ ਆਮ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ, ਉੱਥੇ ਹੀ ਯੂਕਰੇਨ ਦੀ ਸੈਨਾ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ। ਵੱਡੀਆਂ ਇਮਾਰਤਾਂ ਨੂੰ ਮਲਬੇ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਮਹਾਯੁੱਧ 9ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਪਰ ਇਸ ਦੇ ਵਿਚਾਲੇ ਅਮਰੀਕਾ ਦੇ ਵੱਲੋਂ ਰੂਸ ਨੂੰ ਪ੍ਰਸਤਾਵ ਦਿੱਤਾ ਗਿਆ ਹੈ ਕਿ ਯੂਕਰੇਨ ਤੇ ਹਮਲੇ ਰੋਕੇ ਪੁਤਿਨ ਨੂੰ ਸਿੱਧੇ ਤੌਰ ਤੇ ਇਹ ਪ੍ਰਸਤਾਵ ਦਿੱਤਾ ਹੈ ਕਿ ਹਮਲੇ ਰੋਕਣ ਤੇ ਸਾਰੀਆਂ ਪਾਬੰਦੀਆਂ ਹਟਾ ਦੇਵਾਂਗੇ। ਉੱਥੇ ਵੱਡੀ ਖਬਰ ਜੁੜੀ ਹੋਈ ਹੈ ਭਾਰਤੀ ਵਿਦਿਆਰਥੀ ਨਾਲ। ਕੀਵ ਦੇ ਵਿੱਚ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗੀ ਹੈ। ਕੀਵ ਤੋਂ ਨਿਕਲਦੇ ਵੇਲੇ ਇਹ ਗੋਲੀ ਲੱਗੀ ਹਸਪਤਾਲ ਦੇ ਵਿੱਚ, ਜਿਸ ਦਾ ਕਿ ਇਲਾਜ ਚੱਲ ਰਿਹਾ ਹੈ। ਜਨਰਲ ਵੀਕੇ ਸਿੰਘ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਵੱਡੀ ਖਬਰ ਭਾਰਤੀ ਵਿਦਿਆਰਥੀ ਦੇ ਨਾਲ ਜੁੜੀ ਹੋਈ ਹੈ, ਜਿਸ ਨੂੰ ਕਿ ਕੀਵ ਦੇ ਵਿੱਚ ਨਿਕਲਦੇ ਸਮੇਂ ਗੋਲੀ ਲੱਗੀ ਹੈ। ਕੀਵ ਤੋਂ ਨਿਕਲਦੇ ਵੇਲੇ ਗੋਲੀ ਲੱਗੀ ਹੈ। ਫਿਲਹਾਲ ਉਸ ਦਾ ਕਿ ਹਸਪਤਾਲ ਦੇ ਵਿੱਚ
ਇਲਾਜ ਕੀਤਾ ਜਾ ਰਿਹਾ ਹੈ। ਕੀਵ ਦੇ ਵਿੱਚ ਭਾਰਤੀ ਵਿਦਿਆਰਥੀ ਨੂੰ ਇੱਕ ਗੋਲੀ ਲੱਗੀ ਹੈ। ਵੱਡੀ ਖਬਰ ਜੁੜੀ ਹੋਈ ਹੈ ਭਾਰਤੀ ਵਿਦਿਆਰਥੀਆਂ ਨਾਲ, ਕਿਉਂਕਿ ਭਾਰਤ ਸਰਕਾਰ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਹੜੇ ਭਾਰਤੀ ਉੱਥੇ ਫਸੇ ਹੋਏ ਨੇ ਉਹਨਾਂ ਦੀ ਤੁਰੰਤ ਵਤਨ ਵਾਪਸੀ ਸੁਰੱਖਿਅਤ ਕਰਵਾਈ ਜਾ ਸਕੇ। ਇਸ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੀਵ ਦੇ ਵਿੱਚ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗੀ ਹੈ। ਕੀਵ ਤੋਂ ਨਿਕਲਦੇ ਵੇਲੇ ਇਹ ਗੋਲੀ ਲੱਗੀ ਹੈ। ਕੀਵ ਜਿਹੜੀ ਕਿ ਯੂਕਰੇਨ ਦੀ ਰਾਜਧਾਨੀ ਹੈ, ਹਾਲਾਂਕਿ ਉੱਥੇ ਬਹੁਤ ਸਾਰੇ ਘੱਟ ਭਾਰਤੀ ਹੁਣ ਉੱਥੇ ਬਚੇ ਨੇ। ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਿਹੜੇ ਯੂਕਰੇਨ ਤੋਂ ਨਿਕਲ ਚੁੱਕੇ ਨੇ, ਉਹਨੂੰ ਛੱਡ ਚੁੱਕੇ, ਨਾਲ ਦੇ ਦੇਸ਼ਾਂ ਵਿੱਚ ਜਾ ਚੁੱਕੇ ਨੇ। ਉਹਨਾਂ ਦੇਸ਼ਾਂ ਤੋਂ ਹੀ ਭਾਰਤੀਆਂ ਦੀ ਵਾਪਸੀ ਕਰਵਾਈ ਜਾ ਰਹੀ ਹੈ। ਪਰ ਇਹ ਜਿਹੜਾ ਵਿਦਿਆਰਥੀ ਕੀਵ ਦੇ ਵਿੱਚ ਮੌਜੂਦ ਸੀਗਾ ਤੇ ਕੀਵ ਦੇ ਵਿੱਚੋਂ ਨਿਕਲਦੇ ਸਮੇਂ ਅਚਾਨਕ ਜਦੋਂ ਰੂਸ ਦੀ ਫੌਜ ਦੇ ਵੱਲੋਂ ਹਮਲਾ ਬੋਲਿਆ ਜਾ ਰਿਹਾ ਸੀਗਾ ਤੇ ਕੀਵ ਦੇ ਵਿੱਚੋਂ ਨਿਕਲਦੇ ਸਮੇਂ ਇਸ ਵਿਦਿਆਰਥੀ ਦੀ ਗੋਲੀ ਲੱਗੀ ਹੈ, ਜਿਸ ਦਾ ਕਿ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਹਸਪਤਾਲ ਦੇ ਵਿੱਚ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਨਰਲ ਵੀਕੇ ਸਿੰਘ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੋ ਕੀਵ 'ਚ